ਜਿਵੇਂ ਹੀ ਅਸੀਂ 7ਵੇਂ ਹਫ਼ਤੇ ਦੀ ਸ਼ੁਰੂਆਤ ਕਰਦੇ ਹਾਂ, ਅਸੀਂ ਹੁਣ ਹੋਰ ਵੀ ਐਡਵਾਂਸਡ ਡਾਇਨਾਮਿਕਲ ਨੂੰ ਦੇਖਣ ਜਾ ਰਹੇ ਹਾਂ ਜੋ ਵੇਵ ਫਾਰਮ ਦਿਖਾ ਸਕਦੇ ਹਨ। ਉਦਾਹਰਣ ਲਈ ਇਹ ਪੂਰਾ ਹਫ਼ਤਾ ਵੇਵਸ ਦੇ ਰਿਫਲੈਕਸ਼ਨ ਅਤੇ ਟਰਾਂਸਮਿਸ਼ਨ ਬਾਰੇ ਹੋ ਸਕਦਾ ਹੈ। ਮੈਂ ਇਹ ਮੰਨਦਾ ਹਾਂ ਕਿ ਇੱਥੇ ਕੁਝ ਵੇਵ ਫਾਰਮ ਹਨ ਜੋ, ਮੰਨ ਲਓ ਕਿ ਖੱਬੇ ਪਾਸੇ ਤੋਂ ਪ੍ਰੋਪੇਗੇਟ ਹੋ ਰਹੇ ਹਨ ਦੂਰ ਖੱਬੇ ਪਾਸੇ ਤੋਂ ਅਤੇ x ਬਰਾਬਰ 0 ਤੇ ਜਿਵੇਂ ਕਿ ਇਸ ਚਿੱਤਰ ਵਿੱਚ ਦਿਖਾਇਆ ਗਿਆ ਹੈ ਕਿ ਮੀਡੀਅਮ ਵਿੱਚ ਬਦਲਾਵ ਹੋਇਆ ਹੈ। ਇਸ ਲਈ ਜਦੋਂ ਵੇਵ ਫਾਰਮ ਇਸ ਦੇ ਇਸ ਬਾਉਂਡਰੀ ਵਾਲੇ ਹਿੱਸੇ ਤੱਕ ਪਹੁੰਚਦਾ ਹੈ ਤਾਂ ਦੂਜੇ ਮੀਡੀਅਮ ਵਿੱਚ ਟਰਾਂਸਮਿਟ ਹੋ ਜਾਵੇਗਾ। ਇਸ ਲਈ ਜਦੋਂ x ਪੋਜ਼ਿਟਿਵ ਹੈ x 0 ਤੋਂ ਵੱਡਾ ਹੈ ਇਹ ਦੂਜੇ ਮੀਡੀਅਮ ਦੇ ਅਨੁਕੂਲ ਹੋਵੇਗਾ ਅਤੇ ਇਸ ਦਾ ਇੱਕ ਹਿੱਸਾ ਹੋਵੇਗਾ ਜੋ ਵਾਪਸ ਪਹਿਲੇ ਮੀਡੀਅਮ ਵਿੱਚ ਰਿਫਲੈਕਟ ਹੋਵੇਗਾ ਜੋ x ਲੈਸ ਦੈਨ 0 ਦੇ ਅਨੁਸਾਰੀ ਹੈ। ਇਸ ਲਈ x ਬੇਸ਼ੱਕ ਪੋਜੀਸ਼ਨ ਹੈ ਅਤੇ ਕਿਉਂਕਿ ਅਸੀਂ ਵਨ ਡਾਇਮੈਂਸ਼ਨਲ ਵੇਵ ਫਾਰਮਸ ਦੇ ਨਾਲ ਡੀਲ ਕਰ ਰਹੇ ਹਾਂ ਇਹ ਇਕੱਲਾ ਵੇਵ ਫਾਰਮ ਦੀ ਡਾਇਨਾਮਿਕਸ ਬਾਰੇ ਗੱਲ ਕਰਨ ਲਈ ਕਾਫੀ ਹੈ। ਇਸ ਲਈ ਇਹ ਉਹ ਸਟੈਂਡਰਡ ਸਿਨੈਰੀਓ ਹੈ ਜਿਸ ਨਾਲ ਅਸੀਂ ਕੰਮ ਕਰਨ ਜਾ ਰਹੇ ਹਾਂ। ਇਸ ਲਈ ਆਓ ਅਸੀਂ ਅਸਲ ਵਿੱਚ ਆਪਣੀ ਗਣਨਾ ਸ਼ੁਰੂ ਕਰਨ ਤੋਂ ਪਹਿਲਾਂ ਕੁਝ ਉਦਾਹਰਣਾਂ ਨੂੰ ਵੇਖੀਏ। ਜੇਕਰ ਅਸੀਂ ਇੱਕ ਸਟੈਂਡਰਡ ਉਦਾਹਰਣ ਅਰਥਾਤ ਸਟ੍ਰਿੰਗ ਬਾਰੇ ਸੋਚਦੇ ਹਾਂ, ਇਹ ਕਹਿਣ ਦੇ ਬਰਾਬਰ ਹੈ ਕਿ ਤੁਸੀਂ ਜਾਣਦੇ ਹੋ ਕਿ ਅਚਾਨਕ x ਬਰਾਬਰ 0 ਤੇ ਸਟ੍ਰਿੰਗ ਦਾ ਮਟੀਰੀਅਲ ਬਦਲ ਜਾਂਦਾ ਹੈ। ਕਿਉਂਕਿ ਇਹਨਾਂ ਸਾਰੀਆਂ ਪ੍ਰੋਬਲਮਸ ਵਿੱਚ ਜਿੱਥੇ ਇੱਕ ਸਟ੍ਰਿੰਗ ਤੇ ਵੇਵ ਲਾਂਚ ਕੀਤੀ ਜਾਂਦੀ ਹੈ, ਮੀਡੀਅਮ ਸਟ੍ਰਿੰਗ ਹੀ ਹੁੰਦਾ ਹੈ ਅਤੇ ਸਟ੍ਰਿੰਗ ਦੇ ਮੀਡੀਅਮ ਵਿੱਚ ਕੁਝ ਵੇਵ ਫਾਰਮ ਹਨ ਜੋ x ਬਰਾਬਰ 0 ਤੇ ਟਰੈਵਲ ਕਰ ਰਹੇ ਹਨ। ਅਚਾਨਕ ਸਟ੍ਰਿੰਗ ਬਦਲ ਗਈ ਹੈ ਇਸ ਲਈ ਇਹ ਸੰਭਵ ਹੈ ਕਿ ਉਦਾਹਰਣ ਲਈ ਤੁਹਾਡੇ ਕੋਲ x 0 ਤੋਂ ਘੱਟ ਲਈ ਪਤਲੀ ਸਟ੍ਰਿੰਗ ਹੋ ਸਕਦੀ ਹੈ ਅਤੇ 0 ਤੋਂ ਵੱਧ x ਲਈ ਇੱਕ ਬਹੁਤ ਮੋਟੀ ਸਟ੍ਰਿੰਗ ਹੋ ਸਕਦੀ ਹੈ। ਇਸ ਲਈ ਅਚਾਨਕ ਵੇਵ ਆਪਣੇ ਆਪ ਨੂੰ ਇੱਕ ਵੱਖਰੇ ਮੀਡੀਅਮ ਵਿੱਚ ਪਾਉਂਦੀ ਹੈ ਜਦੋਂ ਇਹ x 0 ਤੋਂ ਘੱਟ ਤੋਂ x 0 ਤੋਂ ਵੱਡੇ ਤੱਕ ਪਾਰ ਹੋ ਜਾਂਦੀ ਹੈ ਜੋ ਕਿ ਇੱਕ ਉਦਾਹਰਣ ਹੈ ਜਿਸ ਨੂੰ ਤੁਸੀਂ ਧਿਆਨ ਵਿੱਚ ਰੱਖ ਸਕਦੇ ਹੋ। ਪਰ ਇੱਥੇ ਬਹੁਤ ਸਾਰੀਆਂ ਉਦਾਹਰਨਾਂ ਹਨ ਜਿਵੇਂ ਕਿ ਨਿਯਮਿਤ ਤੌਰ ਤੇ ਅਜਿਹੀਆਂ ਚੀਜ਼ਾਂ ਬਾਰੇ ਚਰਚਾ ਕਰਨੀ ਪਵੇਗੀ ਜਿਵੇਂ ਕਿ ਜਦੋਂ ਲਾਈਟ ਇੱਕ ਮੀਡੀਅਮ ਤੋਂ ਦੂਜੇ ਮੀਡੀਅਮ ਤੱਕ ਟਰੈਵਲ ਕਰਦੀ ਹੈ ਜਾਂ ਜਦੋਂ ਸਾਊਂਡ ਵੇਵਸ ਇੱਕ ਮੀਡੀਅਮ ਤੋਂ ਦੂਜੇ ਮੀਡੀਅਮ ਤੱਕ ਟਰੈਵਲ ਕਰਦੀਆਂ ਹਨ ਤਾਂ ਕੀ ਹੁੰਦਾ ਹੈ। ਇਸ ਲਈ ਇਹ ਖਾਸ ਉਦਾਹਰਨਾਂ ਹਨ ਜਦੋਂ ਵੇਵਸ ਦੋ ਵੱਖ-ਵੱਖ ਮੀਡੀਅਮ ਵਿਚਕਾਰ ਬਾਉਂਡਰੀ ਤੇ ਨਹੀਂ ਮਿਲਦੀਆਂ ਹਨ ਅਤੇ ਉਹ ਇੱਕ ਮੀਡੀਅਮ ਤੋਂ ਦੂਜੇ ਮੀਡੀਅਮ ਤੱਕ ਟਰੈਵਲ ਕਰਦੀਆਂ ਹਨ ਅਤੇ ਅਕਸਰ ਅਜਿਹਾ ਵੀ ਹੁੰਦਾ ਹੈ ਜਦੋਂ ਅਜਿਹੀ ਚੀਜ਼ ਹੁੰਦੀ ਹੈ ਪਹਿਲੇ ਮੀਡੀਅਮ ਵਿੱਚ ਹੀ ਰਿਫਲੈਕਸ਼ਨ ਹੁੰਦੀ ਹੈ। ਇਸ ਲਈ ਜੋ ਕੁਝ ਵੀ ਮੈਂ ਇਸ ਕਮਰੇ ਵਿੱਚ ਬੋਲਦਾ ਹਾਂ ਉਹ ਥੋੜਾ ਜਿਹਾ ਮੇਰੇ ਨਾਲ ਲੱਗਦੇ ਕਮਰੇ ਵਿੱਚ ਵੀ ਸੁਣਦਾ ਹੈ ਕਿਉਂਕਿ ਵੇਵਸ ਨੇ ਸਾਊਂਡ ਵੇਵਸ ਪੈਦਾ ਕੀਤੀਆਂ ਸਨ। ਉਹ ਕੰਧ ਨਾਲ ਟਕਰਾਉਂਦੀਆਂ ਹਨ ਇਸ ਦਾ ਇੱਕ ਹਿੱਸਾ ਟਰਾਂਸਮਿਟ ਹੁੰਦਾ ਹੈ ਅਤੇ ਇਸ ਦਾ ਇੱਕ ਹਿੱਸਾ ਬੇਸ਼ੱਕ ਵਾਪਸ ਰਿਫਲੈਕਟ ਹੁੰਦਾ ਹੈ। ਇਸ ਲਈ ਮੈਂ ਕਹਿ ਸਕਦਾ ਹਾਂ ਕਿ ਮੀਡੀਅਮ 1 ਵਿੱਚ 0 ਤੋਂ ਘੱਟ x ਦੇ ਅਨੁਕੂਲ ਸਟ੍ਰਿੰਗ ਦਾ ਇੰਪੀਡੈਂਸ Z1 ਹੈ ਅਤੇ ਮੀਡੀਅਮ 2 ਵਿੱਚ 0 ਤੋਂ ਵੱਧ x ਦੇ ਅਨੁਕੂਲ ਇੰਪੀਡੈਂਸ Z2 ਹੈ। ਇਸ ਲਈ ਜਦੋਂ ਮੈਂ ਕਹਿੰਦਾ ਹਾਂ ਕਿ ਵੇਵ ਮੀਡੀਅਮ 1 ਤੋਂ ਮੀਡੀਅਮ 2 ਵਿੱਚ ਜਾ ਰਹੀ ਹੈ ਇਹ ਅਸਲ ਵਿੱਚ ਇੱਕ ਸਟ੍ਰਿੰਗ ਤੋਂ ਜਾ ਰਹੀ ਹੈ ਜਿਸ ਦੀ ਇੰਪੀਡੈਂਸ Z1 ਹੈ, ਕਿਸੇ ਹੋਰ ਸਟ੍ਰਿੰਗ ਵਿੱਚ ਜਾ ਰਹੀ ਹੈ ਜੋ ਕਿ ਇੰਪੀਡੈਂਸ Z2 ਦੁਆਰਾ ਦਰਸਾਈ ਗਈ ਹੈ। ਅਸੀਂ ਇਸ ਵੇਵ ਇਕੁਏਸ਼ਨ ਦੇ ਨਾਲ ਕੰਮ ਕਰਨਾ ਜਾਰੀ ਰੱਖਾਂਗੇ ਅਤੇ ਇਹਨਾਂ ਵੇਵ ਇਕੁਏਸ਼ਨਸ ਦੇ ਹੱਲ ਜੋ ਕਿ y ਫੰਕਸ਼ਨ ਆਫ ਪੋਜੀਸ਼ਨ ਅਤੇ ਟਾਈਮ ਹੈ। ਹੁਣ ਹੋਰ ਕੰਪਲਿਕੇਸ਼ਨ ਇਹ ਹੈ ਕਿ ਅਸੀਂ ਇੱਕ ਕਿਸਮ ਦੇ ਮੀਡੀਅਮ ਤੋਂ ਦੂਜੀ ਕਿਸਮ ਦੇ ਮੀਡੀਅਮ ਵਿੱਚ ਜਾ ਰਹੇ ਹਾਂ। ਇਸ ਲਈ ਮੈਨੂੰ ਇੰਪੀਡੈਂਸ ਦੇ ਇਸ ਵਿਚਾਰ ਨੂੰ ਦੁਹਰਾਉਣ ਦਿਓ। ਪ੍ਰੋਬਲਮ ਇਹ ਸੀ ਕਿ ਮੇਰੇ ਕੋਲ ਇੱਕ ਸਟ੍ਰਿੰਗ ਹੈ। ਮੈਨੂੰ ਇਸ ਬਾਰੇ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਕਿ ਸਟ੍ਰਿੰਗ ਦੇ ਦੂਜੇ ਸਿਰੇ ਤੇ ਬਾਉਂਡਰੀ ਕੰਡੀਸ਼ਨ ਕੀ ਹੈ ਪਰ ਮੇਰੇ ਸਿਰੇ ਤੇ ਮੈਂ ਇਸ ਨੂੰ ਓਸੀਲੇਸ਼ਨਸ ਦੇ ਰਿਹਾ ਹਾਂ ਅਤੇ ਮੈਂ ਇਹ ਮੰਨ ਰਿਹਾ ਹਾਂ ਕਿ ਸਟ੍ਰਿੰਗ ਵਿੱਚ ਯੂਨੀਫਾਰਮ ਟੈਂਸ਼ਨ ਹੈ। ਇਸ ਲਈ ਉਹ ਫੋਰਸਿੰਗ ਮੈਂ ਇੱਥੇ ਇਸ ਪੁਆਇੰਟ ਤੇ ਪ੍ਰਦਾਨ ਕਰ ਰਿਹਾ ਹਾਂ ਉਹ ਸਟ੍ਰਿੰਗ ਰਾਹੀਂ ਇੱਕ ਵੇਵ ਦੇ ਰੂਪ ਵਿੱਚ ਪ੍ਰੋਪੇਗੇਟ ਕਰਦੀ ਹੈ। ਇਸ ਲਈ ਅਜਿਹੀ ਸਥਿਤੀ ਵਿੱਚ ਅਸੀਂ x ਬਰਾਬਰ 0 ਤੇ ਫੋਰਸ ਨੂੰ ਇਕੁਏਟ ਕੀਤਾ ਤਾਂ ਹੋ ਸਕਦਾ ਹੈ ਕਿ ਤੁਹਾਨੂੰ ਇਹ ਫਿਗਰ ਯਾਦ ਹੋਵੇ। ਇਸ ਲਈ x ਬਰਾਬਰ 0 ਤੇ ਅਸੀਂ ਫੋਰਸ ਨੂੰ ਇਕੁਏਟ ਕੀਤਾ
ਇਸ ਲਈ ਫੋਰਸਿੰਗ ਐਕਸਟਰਨਲ ਫੋਰਸਿੰਗ F0 ਪਾਵਰ I ਓਮੇਗਾ T C ਅਤੇ ਇਹ ਟੈਂਸ਼ਨ ਦੇ ਕੰਪੋਨੈਂਟ ਦੇ ਬਰਾਬਰ ਹੈ ਜੋ -T sin ਥੀਟਾ ਹੈ, ਜਿੱਥੇ ਥੀਟਾ ਉਹ ਐਂਗਲ ਹੈ ਜੋ ਇਹ ਸਟਰਿੰਗ ਹੋਰੀਜ਼ੋਨਟਲ ਦੇ ਨਾਲ ਬਣਾਉਂਦੀ ਹੈ। ਹੁਣ ਬੇਸ਼ੱਕ ਅਸੀਂ ਆਮ ਤੌਰ ਤੇ ਸਮਾਲ ਐਂਗਲ ਅਪਰੋਕਸੀਮੇਸ਼ਨ ਨਾਲ ਕੰਮ ਕਰਦੇ ਹਾਂ, ਇਸ ਲਈ sin ਥੀਟਾ ਲਗਭਗ tan ਥੀਟਾ ਹੈ ਜੋ ਕਿ ∂y/x ਹੈ। x ਬਰਾਬਰ 0 ਤੇ ਡਿਸਪਲੇਸਮੈਂਟ ਦਾ ਗ੍ਰੇਡੀਐਂਟ। ਇਸ ਲਈ ਅਸੀਂ ਇਸ ਡੈਰੀਵੇਸ਼ਨ ਨੂੰ ਦੇਖਦੇ ਹਾਂ, ਅਸੀਂ x ਬਰਾਬਰ 0 ਤੇ ਇਸ ∂y/x ਦੀ ਗਣਨਾ ਕਰਦੇ ਹਾਂ। ਅਤੇ ਅੰਤ ਵਿੱਚ ਅਸੀਂ ਜਾਣਦੇ ਹਾਂ ਕਿ ਇੱਕ ਕੁਆਂਟੀਟੀ ਇੰਪੀਡੈਂਸ ਹੈ ਜੋ ਇੱਥੇ ਸ਼ਾਮਿਲ ਹੈ, ਅਤੇ ਇੰਪੀਡੈਂਸ ρ ਮਲਟੀਪਲਾਈ ਬਾਈ C। ਜਦੋਂ ਅਸੀਂ ਕਿਸੇ ਮੀਡੀਅਮ ਨੂੰ ਦਰਸਾਉਣ ਲਈ ਇੰਪੀਡੈਂਸ ਦੀ ਵਰਤੋਂ ਕਰਦੇ ਹਾਂ ਕਿ ਜਿਹੜੀਆਂ ਕੁਆਂਟੀਟੀਜ਼ ਸ਼ਾਮਿਲ ਹਨ, ਉਹਨਾਂ ਵਿੱਚੋਂ ਇੱਕ ਲੀਨੀਅਰ ਡੈਂਸਿਟੀ ਹੈ ਅਤੇ ਦੂਜੀ ਫੇਜ਼ ਵੈਲੋਸਿਟੀ ਹੈ, ਇਹ ਦੋ ਕੁਆਂਟੀਟੀਜ਼ ਮਿਲ ਕੇ ਮੀਡੀਅਮ ਨੂੰ ਦਰਸਾਉਂਦੀਆਂ ਹਨ। ਭੌਤਿਕ ਤੌਰ ਤੇ ਇੰਪੀਡੈਂਸ ਰੈਜ਼ਿਸਟੈਂਸ ਜੋ ਮੀਡੀਅਮ ਵੇਵਸ ਦੇ ਫਲੋ ਨੂੰ x ਬਰਾਬਰ 0 ਤੇ ਆਫਰ ਕਰਦੀ ਹੈ। ਮੇਰੇ ਕੋਲ ਬਾਉਂਡਰੀ ਹੈ, ਇਸ ਲਈ ਇਹ ਉਹ ਬਾਉਂਡਰੀ ਹੈ ਜਿੱਥੇ ਮੀਡੀਆ ਦਾ ਬਦਲਾਵ ਹੋਵੇਗਾ। ਇਸ ਲਈ x 0 ਤੋਂ ਘੱਟ ਲਈ ਇੱਕ ਮੀਡੀਅਮ ਹੈ ਜੋ Z1 ਅਤੇ ਫਾਰਮੂਲਾ ਤੋਂ Z1 ਜੋ ਅਸੀਂ ਹੁਣੇ ਬਣਾਇਆ ਹੈ ਉਹ ਹੈ ρ1 C1। ρ1 ਹੈ ਲੀਨੀਅਰ ਡੈਂਸਿਟੀ, ਉਹ ਮੀਡੀਅਮ, ਅਤੇ C1 ਫੇਜ਼ ਵੈਲੋਸਿਟੀ ਹੈ, ਅਤੇ ਇਸੇ ਤਰ੍ਹਾਂ ਉਸ ਰੀਜਨ ਵਿੱਚ ਜਦੋਂ x 0 ਤੋਂ ਵੱਧ ਹੁੰਦਾ ਹੈ ਤਾਂ ਮੀਡੀਅਮ ਨੂੰ ਇੰਪੀਡੈਂਸ Z2 ਦੁਆਰਾ ਦਰਸਾਇਆ ਜਾਂਦਾ ਹੈ, ਜਿਸ ਨੂੰ ρ2 ਮਲਟੀਪਲਾਈ C2 ਦੁਆਰਾ ਦਿੱਤਾ ਜਾਵੇਗਾ। ਦੁਬਾਰਾ ρ2 ਦੂਜੇ ਮੀਡੀਅਮ ਵਿੱਚ ਲੀਨੀਅਰ ਡੈਂਸਿਟੀ ਹੈ, ਇਸ ਲਈ ਮੇਰੇ ਕੋਲ ਹੋਵੇਗਾ ਇੱਕ ਵੇਵ ਦੂਰ ਲਿਫਟ ਤੋਂ ਆ ਰਹੀ ਹੈ ਤਾਂ ਇਹ ਮੇਰੀ ਇਨਸੀਡੈਂਟ ਵੇਵ ਹੋਵੇਗੀ। ਅਤੇ ਵੱਖ-ਵੱਖ ਚੀਜ਼ਾਂ ਕੀ ਹਨ ਜੋ ਇਹ ਇਨਸੀਡੈਂਟ ਵੇਵ ਕਰ ਸਕਦੀ ਹੈ। ਇਹ ਦੂਰ ਖੱਬੇ ਤੋਂ ਆਉਂਦੀ ਹੈ, x ਬਰਾਬਰ 0 ਤੇ ਬਾਉਂਡਰੀ ਦੇ ਨਾਲ ਟਕਰਾਉਂਦੀ ਹੈ। ਸਿਰਫ ਦੋ ਚੀਜ਼ਾਂ ਹਨ ਜੋ ਹੋ ਸਕਦੀਆਂ ਹਨ, ਇੱਕ ਇਹ ਹੈ ਕਿ ਟਰਾਂਸਮਿਸ਼ਨ ਹੋ ਸਕਦਾ ਹੈ, ਇਸ ਲਈ ਇੱਕ ਟਰਾਂਸਮਿਟਿਡ ਵੇਵ ਹੋਵੇਗੀ, ਅਤੇ ਇੱਕ ਹੋਰ ਸੰਭਾਵਨਾ ਇਹ ਹੈ ਕਿ ਰਿਫਲੈਕਸ਼ਨ ਹੋ ਸਕਦੀ ਹੈ, ਇਸ ਲਈ ਤੁਹਾਡੇ ਕੋਲ ਇੱਕ ਰਿਫਲੈਕਟਿਡ ਵੇਵ ਹੋ ਸਕਦੀ ਹੈ, ਇਸ ਲਈ ਇਹ ਉਸੇ ਮੀਡੀਅਮ ਵਿੱਚ ਵਾਪਸ ਰਿਫਲੈਕਟ ਹੁੰਦੀ ਹੈ। ਅਤੇ ਇਹਨਾਂ ਵੇਵਸ ਵਿੱਚੋਂ ਹਰ ਇੱਕ ਇਨਸੀਡੈਂਟ, ਰਿਫਲੈਕਟ ਅਤੇ ਟਰਾਂਸਮਿਟ ਵੇਵ ਲਈ ਉਹਨਾਂ ਵਿੱਚੋਂ ਹਰ ਇੱਕ ਸਾਡੀ ਵੇਵ ਇਕੁਏਸ਼ਨ ਦਾ ਹੱਲ ਹੈ। ਇਸ ਲਈ ਅਸੀਂ ਇਹਨਾਂ ਵਿੱਚੋਂ ਹਰੇਕ ਕੰਪੋਨੈਂਟ ਲਈ ਹੱਲ ਲਿਖ ਕੇ ਸ਼ੁਰੂ ਕਰਾਂਗੇ। ਇੱਕ ਸਟਰਿੰਗ ਲਈ ਇੱਕ ਮੀਡੀਅਮ ਹੁੰਦਾ ਹੈ ਜਿਸ ਵਿੱਚ ਇਹ ਸਭ ਹੋ ਰਿਹਾ ਹੈ। ਅਸੀਂ ਮੰਨ ਲਵਾਂਗੇ ਕਿ ਸਟਰਿੰਗ ਵਿੱਚ ਇੱਕ ਯੂਨੀਫਾਰਮ ਟੈਂਸ਼ਨ T ਹੈ। ਇਸ ਲਈ ਮੈਨੂੰ ਇਨਸੀਡੈਂਟ ਵੇਵ ਲਿਖਣ ਦਿਓ ਤਾਂ ਤੁਹਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਨਸੀਡੈਂਟ ਵੇਵ ਦੀ ਇਹ ਡਿਸਪਲੇਸਮੈਂਟ ਹਰ ਵਾਰ ਦੀ ਤਰ੍ਹਾਂ ਪੋਜੀਸ਼ਨ ਅਤੇ ਟਾਈਮ ਦਾ ਫੰਕਸ਼ਨ ਹੋਵੇਗੀ। ਇਸ ਲਈ ਮੈਨੂੰ ਇਸਨੂੰ ਇਹ ਇੱਕ ਇਨਟੂ e ਪਾਵਰ I ਓਮੇਗਾ T ਮਾਈਨਸ K1 x ਦੇ ਰੂਪ ਵਿੱਚ ਲਿਖਣ ਦੇ ਯੋਗ ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ ਮੈਂ ਰਿਫਲੈਕਟਿਡ ਵੇਵ ਲਈ ਵੀ ਲਿਖ ਸਕਦਾ ਹਾਂ ਜੋ ਕਿ yr ਹੈ, ਜੋ ਦੁਬਾਰਾ ਪੋਜੀਸ਼ਨ ਅਤੇ ਟਾਈਮ ਦਾ ਇੱਕ ਫੰਕਸ਼ਨ ਹੈ। ਇਸ ਲਈ ਰਿਫਲੈਕਟਿਡ ਵੇਵ ਦੇ ਮਾਮਲੇ ਵਿੱਚ ਇਹ ਉਲਟ ਦਿਸ਼ਾ ਵਿੱਚ ਚਲੀ ਜਾਂਦੀ ਹੈ ਤਾਂ ਜੋ x ਦੇ ਸਾਈਨ ਨੂੰ ਬਦਲਿਆ ਜਾ ਸਕੇ, ਜਿਸ ਕਾਰਨ ਮੇਰੇ ਕੋਲ e ਪਾਵਰ I ਇਨਟੂ ਓਮੇਗਾ T ਪਲਸ kx ਹੈ ਤਾਂ ਜੋ ਮੈਨੂੰ ਸਪਸ਼ਟ ਤੌਰ ਤੇ ਇਹ ਪਤਾ ਲੱਗੇ ਕਿ ਇਹ ਇੱਕ ਵੇਵ ਹੈ ਜੋ ਸੱਜੇ ਤੋਂ ਖੱਬੇ ਵੱਲ ਜਾ ਰਹੀ ਹੈ, ਅਤੇ ਇਹ ਸਭ 0 ਤੋਂ ਘੱਟ x ਦੇ ਅਨੁਸਾਰੀ ਮੀਡੀਅਮ 1 ਵਿੱਚ ਹੋ ਰਹੇ ਹਨ। ਇਸ ਲਈ ਹੁਣ ਮੈਂ ਟਰਾਂਸਮਿਟ ਵੇਵ ਦਾ ਹੱਲ ਵੀ ਲਿਖਦਾ ਹਾਂ, ਜੋ ਹਰ ਵਾਰ ਦੀ ਤਰ੍ਹਾਂ ਪੋਜੀਸ਼ਨ ਅਤੇ ਟਾਈਮ ਦਾ ਫੰਕਸ਼ਨ ਹੈ। ਹੁਣ ਤੁਸੀਂ ਵੇਖੋਗੇ ਕਿ ਮੈਂ ਇਨਸੀਡੈਂਟ, ਰਿਫਲੈਕਟਿਡ ਅਤੇ ਟਰਾਂਸਮਿਟਿਡ ਵੇਵ ਲਈ ਓਮੇਗਾ ਦੀ ਸਮਾਨ ਵੈਲਿਊ ਦੀ ਵਰਤੋਂ ਕੀਤੀ ਹੈ, ਪਰ ਮੈਂ ਵੇਵ ਨੰਬਰ ਦੀਆਂ ਵੱਖਰੀਆਂ ਵੈਲਿਊਜ਼ ਦੀ ਵਰਤੋਂ ਕੀਤੀ ਹੈ। K1 ਅਤੇ K2 ਪਹਿਲੇ ਮੀਡੀਅਮ ਲਈ K1 ਅਤੇ ਦੂਜੇ ਮੀਡੀਅਮ ਲਈ K2। ਇਸ ਲਈ ਤੁਹਾਨੂੰ ਇਹ ਆਈਡੀਆ ਯਾਦ ਰੱਖਣਾ ਚਾਹੀਦਾ ਹੈ ਕਿ ਓਸੀਲੇਸ਼ਨ ਦੀ ਫ੍ਰੀਕੁਐਂਸੀ ਬਾਉਂਡਰੀ ਦੇ ਪਾਰ ਵੀ ਨਹੀਂ ਬਦਲੇਗੀ, ਇਹ ਸਮਾਨ ਰਹੇਗੀ। ਇਸ ਲਈ ਇੱਕ ਕਪਲਡ ਸਿਸਟਮ ਦੇ ਤੌਰ ਤੇ ਓਮੇਗਾ ਤੁਹਾਡੀ ਨਾਰਮਲ ਮੋਡ ਫ੍ਰੀਕੁਐਂਸੀ ਦੀ ਤਰ੍ਹਾਂ ਹੈ, ਇਹ ਨਹੀਂ ਬਦਲੇਗੀ। ਇਸ ਲਈ ਉਦਾਹਰਨ ਲਈ ਫੇਜ਼ ਵੈਲੋਸਿਟੀ, ਜਿਸ ਨੂੰ ਮੈਂ C1 ਦੁਆਰਾ ਦਰਸਾ ਸਕਦਾ ਹਾਂ,
ਇਹ ਹੋਵੇਗਾ ਓਮੇਗਾ ਬਾਏ k1। ਇਸ ਲਈ ਜੇਕਰ ਤੁਸੀਂ ਮੀਡੀਅਮ 1 ਵਿੱਚ ਹੋ ਤਾਂ ਇਨਸੀਡੈਂਟ ਅਤੇ ਰਿਫਲੈਕਟਿਡ ਵੇਵ ਦੋਹਾਂ ਦੀ ਫੇਜ਼ ਵੈਲੋਸਿਟੀ ਸਮਾਨ ਹੋਵੇਗੀ। ਸਿਰਫ ਇਸ ਲਈ ਕਿ ਓਮੇਗਾ ਇੱਕੋ ਹੈ ਅਤੇ k1 ਵੀ ਦੋਨਾਂ ਲਈ ਇੱਕੋ ਹੈ। ਦੂਜੇ ਪਾਸੇ ਰਿਫਲੈਕਟਿਡ ਵੇਵ ਲਈ ਫੇਜ਼ ਵੈਲੋਸਿਟੀ ਦੀ ਵੱਖਰੀ ਵੈਲਿਊ ਹੋਵੇਗੀ। ਇਸ ਲਈ ਇਹ c2 ਹੋਵੇਗਾ ਜੋ ਓਮੇਗਾ ਬਾਏ k2 ਹੈ। ਇਸ ਲਈ ਮੈਨੂੰ ਵਾਪਸ ਜਾਣ ਦਿਓ ਅਤੇ ਇਹਨਾਂ ਚੀਜ਼ਾਂ ਨੂੰ ਇੱਥੇ ਸਾਡੇ ਚਿੱਤਰ ਵਿੱਚ ਲਿਖਣ ਦਿਓ ਤਾਂ ਇਹ yi ਹੈ ਅਤੇ ਇਹ yr ਰਿਫਲੈਕਟਿਡ ਵੇਵ ਹੈ ਅਤੇ ਇਹ yt ਹੈ ਜੋ ਟਰਾਂਸਮਿਟਿਡ ਵੇਵ ਹੈ ਜੋ ਸਾਨੂੰ ਕੁਝ ਬਾਉਂਡਰੀ ਕੰਡੀਸ਼ਨਾਂ ਵਿੱਚ ਰੱਖਣ ਦੀ ਜ਼ਰੂਰਤ ਹੈ ਜੋ ਕੰਡਕਟ ਕਰਨਗੇ x 0 ਤੋਂ ਘੱਟ ਤੋਂ x 0 ਤੋਂ ਵੱਧ ਤੱਕ ਕੀ ਹੁੰਦਾ ਹੈ। ਇਸ ਲਈ ਆਮ ਤੌਰ ਤੇ ਜਦੋਂ ਤੁਸੀਂ ਅਜਿਹੀਆਂ ਚੀਜ਼ਾਂ ਨੂੰ ਵਾਪਰਦੇ ਦੇਖਦੇ ਹੋ ਜਿੱਥੇ ਵੇਵ ਇੱਕ ਮੀਡੀਅਮ ਤੋਂ ਦੂਜੇ ਮੀਡੀਅਮ ਵਿੱਚ ਜਾਂਦੀ ਹੈ ਤਾਂ ਤੁਸੀਂ ਅਚਾਨਕ ਡਿਸਪਲੇਸਮੈਂਟ ਨੂੰ ਵੈਲਿਊ ਵਿੱਚ ਬਦਲਦੇ ਹੋਏ ਦੇਖੋਗੇ ਕਿਉਂਕਿ ਇਹ ਇੱਕ ਮੀਡੀਅਮ ਤੋਂ ਦੂਜੇ ਮੀਡੀਅਮ ਵਿੱਚ ਬਦਲਿਆ ਹੈ। ਸਾਡੀ ਪਹਿਲੀ ਬਾਉਂਡਰੀ ਕੰਡੀਸ਼ਨਾਂ ਵਿੱਚੋਂ ਇੱਕ ਇਹ ਹੋਣੀ ਚਾਹੀਦੀ ਹੈ ਕਿ ਬਾਉਂਡਰੀ ਦੇ ਪਾਰ ਡਿਸਪਲੇਸਮੈਂਟ ਦਾ ਮੈਚ ਕੀਤਾ ਜਾਣਾ ਚਾਹੀਦਾ ਹੈ। ਇਹ ਕਹਿਣ ਦਾ ਇੱਕ ਹੋਰ ਤਰੀਕਾ ਇਹ ਹੈ ਕਿ ਡਿਸਪਲੇਸਮੈਂਟ ਬਾਉਂਡਰੀ ਤੇ ਡਿਸਕੰਟੀਨਿਊਅਸ ਨਹੀਂ ਹੋ ਸਕਦੀ। ਤੁਹਾਡੇ ਕੋਲ ਆਉਣ ਵਾਲੀ ਵੇਵ ਦਾ ਛੋਟਾ ਡਿਸਪਲੇਸਮੈਂਟ ਹੋ ਸਕਦਾ ਹੈ ਅਤੇ ਅਚਾਨਕ ਦੂਜੇ ਪਾਸੇ ਇੱਕ ਵਿਸ਼ਾਲ ਡਿਸਪਲੇਸਮੈਂਟ ਪੈਦਾ ਹੁੰਦਾ ਹੈ ਜੋ ਭੌਤਿਕ ਤੌਰ ਤੇ ਨਹੀਂ ਹੋ ਸਕਦਾ ਜੋ ਕਿ ਸੰਭਵ ਨਹੀਂ ਹੈ। ਦੂਜੀ ਕੰਡੀਸ਼ਨ ਹੈ ਜਿਸ ਨੂੰ ਡਾਇਨਾਮਿਕਲ ਕੰਡੀਸ਼ਨ ਕਿਹਾ ਜਾ ਸਕਦਾ ਹੈ ਅਰਥਾਤ ਉਹ ਕੰਡੀਸ਼ਨ ਜੋ ਫੋਰਸ ਨੂੰ ਟਰਾਂਸਫਰ ਕਰਦੀ ਹੈ ਜੋ ਹੈ T ਇਨਟੂ ਗ੍ਰੇਡੀਐਂਟ ∂y ਬਾਏ ∂x ਕੰਟੀਨਿਊਅਸ ਹੋਣਾ ਚਾਹੀਦਾ ਹੈ। ਇਸ ਲਈ ਸਾਡੇ ਕੋਲ ਇੱਕ ਭੌਤਿਕ ਪ੍ਰਣਾਲੀ ਹੈ ਕਿ ਇੱਕ ਵੇਵ ਜੋ ਇੱਕ ਮੀਡੀਅਮ ਤੋਂ ਦੂਜੇ ਮੀਡੀਆ ਵਿੱਚ ਜਾ ਰਹੀ ਹੈ ਕੁਝ ਟਰਾਂਸਮਿਸ਼ਨ ਕੁਝ ਰਿਫਲੈਕਸ਼ਨ ਹੁੰਦੀ ਹੈ ਅਤੇ ਅਸੀਂ ਉਹਨਾਂ ਵਿੱਚੋਂ ਹਰੇਕ ਕੰਪੋਨੈਂਟ ਲਈ ਹੱਲ ਲਿਖੇ ਹਨ। ਤੁਸੀਂ ਉਹਨਾਂ ਮੀਡੀਆ ਵਿੱਚੋਂ ਹਰੇਕ ਨੂੰ ਦਰਸਾਇਆ ਹੈ ਤੁਸੀਂ ਸਾਰੇ ਸੋਲਿਊਸ਼ਨ ਲਿਖੇ ਹਨ। ਹੁਣ ਉਹਨਾਂ ਸਾਰਿਆਂ ਨੂੰ ਇਕੱਠੇ ਲਿਆਉਣ ਲਈ ਸਾਨੂੰ ਇੱਕ ਅਰਥ ਵਿੱਚ ਸਮਾਨਤਾ ਦੇ ਕੁਝ ਪੁਆਇੰਟ ਦੀ ਲੋੜ ਹੈ ਅਤੇ ਇਹ ਇਹਨਾਂ ਬਾਉਂਡਰੀ ਕੰਡੀਸ਼ਨਾਂ ਦੁਆਰਾ ਪ੍ਰਦਾਨ ਕੀਤੀ ਗਈ ਹੈ। ਇਸ ਲਈ ਦੋਵੇਂ ਬਾਉਂਡਰੀ ਕੰਡੀਸ਼ਨਾਂ ਭੌਤਿਕ ਤੌਰ ਤੇ ਦੱਸਦੇ ਹਨ ਕਿ ਬਾਉਂਡਰੀ ਦੇ ਪਾਰ ਡਿਸਪਲੇਸਮੈਂਟ ਨੂੰ ਡਿਸਕੰਟੀਨਿਊਅਸ ਨਹੀਂ ਹੋਣਾ ਚਾਹੀਦਾ। ਇਸ ਲਈ ਅਸੀਂ ਇੱਕ ਕੰਡੀਸ਼ਨ ਰੱਖਦੇ ਹਾਂ ਕਿ ਡਿਸਪਲੇਸਮੈਂਟ ਕੰਟੀਨਿਊਅਸ ਹੋਣੀ ਚਾਹੀਦੀ ਹੈ ਅਤੇ ਟਰਾਂਸਫਰ ਫੋਰਸ ਡਿਸਕੰਟੀਨਿਊਅਸ ਨਹੀਂ ਹੋਣੀ ਚਾਹੀਦੀ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਨੈਟ ਫੋਰਸ ਹੋਵੇਗੀ ਤਾਂ ਅਸੀਂ ਉਸ ਸਥਿਤੀ ਤੋਂ ਬਚਦੇ ਹਾਂ ਅਤੇ ਅਸੀਂ ਇਹ ਕੰਡੀਸ਼ਨ ਰੱਖਦੇ ਹਾਂ ਕਿ ਟਰਾਂਸਫਰ ਫੋਰਸ ਵੀ ਕੰਟੀਨਿਊਅਸ ਹੋਣੀ ਚਾਹੀਦੀ ਹੈ। ਠੀਕ ਹੈ ਹੁਣ ਅਸੀਂ ਇਹਨਾਂ ਕੰਡੀਸ਼ਨਾਂ ਨੂੰ ਤੁਹਾਡੀਆਂ ਇਕੁਏਸ਼ਨਸ ਤੇ ਲਾਗੂ ਕਰਨ ਲਈ ਤਿਆਰ ਹਾਂ। ਇਸ ਲਈ ਸਭ ਤੋਂ ਪਹਿਲਾਂ ਇਹ ਕਹਿੰਦਾ ਹੈ ਕਿ ਡਿਸਪਲੇਸਮੈਂਟ ਮੈਚ ਹੋਣੀ ਚਾਹੀਦੀ ਹੈ ਜਿਸ ਦਾ ਅਰਥ ਹੈ ਕਿ ਇਸ ਲਈ ਮੈਨੂੰ ਇਹਨਾਂ ਇਕੁਏਸ਼ਨਸ ਵਿੱਚ x ਬਰਾਬਰ 0 ਪੁੱਟ ਕਰਨ ਦੀ ਲੋੜ ਹੈ ਅਤੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਇਹ ਮੈਨੂੰ ਇਹ ਇੱਕ e ਪਾਵਰ i ਓਮੇਗਾ t ਪਲੱਸ ਇਹ 2 ਟਾਈਮਸ e ਪਾਵਰ i ਓਮੇਗਾ t ਬਰਾਬਰ b ਟਾਈਮਸ e ਪਾਵਰ i ਓਮੇਗਾ t ਦੇਵੇਗਾ ਅਤੇ ਬੇਸ਼ੱਕ e ਪਾਵਰ i ਓਮੇਗਾ t ਨੂੰ ਕੈਂਸਲ ਕੀਤਾ ਜਾ ਸਕਦਾ ਹੈ ਕਿ ਇਹ ਕਹਿਣ ਦਾ ਇੱਕ ਤਰੀਕਾ ਹੈ ਕਿ i ਓਮੇਗਾ t 0 ਤੇ ਨਹੀਂ ਜਾ ਸਕਦਾ। ਇਸ ਲਈ ਇਹ ਸੱਚ ਹੋਣਾ ਚਾਹੀਦਾ ਹੈ ਕਿ ਇਹ 1 ਪਲੱਸ ਇਹ 2 ਮਾਈਨਸ b 0 ਦੇ ਬਰਾਬਰ ਹੋਣਾ ਚਾਹੀਦਾ ਹੈ ਜੋ ਕਿ ਇਹ ਕਹਿਣ ਦੇ ਬਰਾਬਰ ਹੈ ਕਿ ਇਹ 1 ਪਲੱਸ ਇਹ 2 b ਦੇ ਬਰਾਬਰ ਹੈ। ਇਸ ਲਈ ਇਨਕਮਿੰਗ ਵੇਵ ਰਿਫਲੈਕਟਿਡ ਵੇਵ ਅਤੇ ਟਰਾਂਸਮਿਟਿਡ ਵੇਵ ਦੇ ਐਂਪਲੀਟਿਊਡ ਨੂੰ ਕਨੈਕਟ ਕਰਦਾ ਹੈ। ਇਸ ਲਈ ਇਹ ਪਹਿਲੀ ਬਾਉਂਡਰੀ ਕੰਡੀਸ਼ਨ ਵਿੱਚ ਪੁੱਟ ਕਰਨ ਦਾ ਨਤੀਜਾ ਹੈ। ਇਸ ਲਈ ਮੈਂ ਪਹਿਲੀ ਬਾਉਂਡਰੀ ਕੰਡੀਸ਼ਨ ਵਿੱਚ ਪੁੱਟ ਕੀਤਾ ਹੈ। ਹੁਣ ਆਓ ਦੂਸਰੀ ਬਾਉਂਡਰੀ ਕੰਡੀਸ਼ਨ ਦੀ ਵਰਤੋਂ ਕਰੀਏ ਅਰਥਾਤ ਟਰਾਂਸਵਰਸ ਫੋਰਸ ਬਾਉਂਡਰੀ ਤੇ ਕੰਟੀਨਿਊਅਸ ਹੋਣੀ ਚਾਹੀਦੀ ਹੈ ਜਿਸ ਦਾ ਮਤਲਬ ਹੈ x ਬਰਾਬਰ 0 ਤੇ ਮੈਂ ਇਸ ਕੰਡੀਸ਼ਨ ਨੂੰ ਐਕਸਪ੍ਰੈਸ ਕਰ ਸਕਦਾ ਹਾਂ। ਹੁਣ ਦੁਬਾਰਾ ਕਿਉਂਕਿ ਅਸੀਂ ਪਹਿਲਾਂ ਹੀ yi yr ਅਤੇ yt ਨੂੰ ਜਾਣਦੇ ਹਾਂ ਮੈਨੂੰ x ਦੇ ਸੰਬੰਧ ਵਿੱਚ ਇਹਨਾਂ ਤਿੰਨਾਂ ਨੂੰ ਡਿਫਰੈਂਸ਼ੀਏਟ ਕਰਨ ਦੀ ਲੋੜ ਹੈ ਅਤੇ ਹੇਠਾਂ ਦਿੱਤੇ ਐਕਸਪ੍ਰੈਸ਼ਨ ਨੂੰ ਪ੍ਰਾਪਤ ਕਰਨ ਦੀ ਲੋੜ ਹੈ। ਇਸ ਲਈ ਮੇਰੇ ਸਾਹਮਣੇ ਇਸ ਸਮੇਂ ਪੂਰੀ ਐਕਸਪ੍ਰੈਸ਼ਨ ਹੈ। ਇਸ ਸਮੇਂ x ਦੇ ਸੰਬੰਧ ਵਿੱਚ ਸਿਰਫ ਇੱਕ ਡਿਫਰੈਂਸ਼ੀਏਸ਼ਨ ਦੀ ਲੋੜ ਹੈ। ਹੁਣ ਸਾਨੂੰ ਬਸ ਹਰ ਜਗ੍ਹਾ x ਨੂੰ 0 ਸਬਸਟੀਟਿਊਟ ਕਰਨ ਦੀ ਲੋੜ ਹੈ। ਇਸ ਲਈ ਦੁਬਾਰਾ ਦੂਜੀ ਐਕਸਪ੍ਰੈਸ਼ਨ ਜੋ ਸਾਡੇ ਕੋਲ ਹੈ ਜੋ ਦੁਬਾਰਾ ਇਹ 1 2 ਅਤੇ
B ਨੂੰ ਕਨੈਕਟ ਕਰਦੀ ਹੈ ਅਤੇ ਇੱਥੇ K1 K2 ਵੀ ਸ਼ਾਮਿਲ ਹਨ। ਹੁਣ, ਜੇ ਤੁਸੀਂ ਦੇਖਦੇ ਹੋ ਕਿ ਇਸ ਵਿੱਚ ਕੀ ਅਗਿਆਤ ਹੈ, 3 ਕੁਆਂਟੀਟੀਜ਼ ਹਨ A1 A2 ਅਤੇ B, ਪਰ ਸਾਡੇ ਕੋਲ ਸਿਰਫ 2 ਇਕੁਏਸ਼ਨ ਹਨ। ਇਸ ਲਈ ਅਜਿਹਾ ਜਾਪਦਾ ਹੈ ਕਿ ਸਾਨੂੰ ਸਿਰਫ 2 ਇਕੁਏਸ਼ਨਸ ਤੋਂ 3 ਅਗਿਆਤ ਕੁਆਂਟੀਟੀਜ਼ ਦਾ ਪਤਾ ਲਗਾਉਣਾ ਪਏਗਾ। ਇਹ ਇੱਕ ਅਰਥ ਵਿੱਚ ਸੱਚ ਹੈ, ਪਰ ਸਾਨੂੰ ਅਸਲ ਵਿੱਚ ਸਾਰੀਆਂ 3 ਕੁਆਂਟੀਟੀਜ਼ ਨੂੰ ਜਾਣਨ ਦੀ ਜ਼ਰੂਰਤ ਨਹੀਂ ਹੈ। ਇਹ ਕਾਫੀ ਹੈ ਜੇਕਰ ਅਸੀਂ ਇਹਨਾਂ ਵਿੱਚੋਂ ਹਰੇਕ ਕੁਆਂਟੀਟੀ ਨੂੰ A1 ਦੇ ਸੰਬੰਧ ਵਿੱਚ ਇੱਕ ਅਨੁਪਾਤ ਵਜੋਂ ਜਾਣਦੇ ਹਾਂ ਤਾਂ ਹੁਣ ਮੈਨੂੰ ਇਹ ਦੋਵੇਂ ਇਕੁਏਸ਼ਨ ਲਿਖਣ ਦਿਓ। ਉਸ ਰੂਪ ਵਿੱਚ ਤਾਂ ਮੇਰੇ ਕੋਲ A1 ਪਲੱਸ A2 ਬਰਾਬਰ BC ਇਹ ਹੋਵੇਗਾ। ਇਸ ਨੂੰ 1 ਪਲੱਸ A2 ਬਾਏ A1 ਦੇ ਰੂਪ ਵਿੱਚ ਲਿਖਿਆ ਜਾ ਸਕਦਾ ਹੈ, ਜੋ ਕਿ B ਬਾਏ A1 ਦੇ ਬਰਾਬਰ ਹੈ। ਦੂਜੀ ਇਕੁਏਸ਼ਨ ਹੈ ਮਾਈਨਸ K1 K1 ਪਲੱਸ K1 A2 ਬਰਾਬਰ ਮਾਈਨਸ K2 ਇਨਟੂ B ਅਤੇ ਇਹ ਮੈਨੂੰ ਮਾਈਨਸ K1 ਪਲੱਸ K1 ਇਨਟੂ A2 ਬਾਏ A1 ਦੇਵੇਗਾ, ਜੋ ਕਿ ਮਾਈਨਸ K2 ਇਨਟੂ B ਬਾਏ A1 ਦੇ ਬਰਾਬਰ ਹੈ। ਇਸ ਲਈ ਇਹਨਾਂ ਦੋਨਾਂ ਇਕੁਏਸ਼ਨਸ ਨੂੰ ਥੋੜੇ ਸਮੇਂ ਲਈ ਇੱਕ ਪਾਸੇ ਰੱਖਾਂਗਾ। ਅਸੀਂ ਇਸ ਤੇ ਵਾਪਸ ਆਵਾਂਗੇ, ਪਰ ਮੈਨੂੰ ਥੋੜੇ ਸਮੇਂ ਲਈ ਇਸ ਦੂਜੇ ਇਕੁਏਸ਼ਨ ਤੇ ਧਿਆਨ ਦੇਣ ਦਿਓ। ਹੁਣ ਮੈਂ ਜੋ ਕਰਨਾ ਚਾਹੁੰਦਾ ਹਾਂ ਉਹ ਹੈ ਇੰਪੀਡੈਂਸ Z1 ਅਤੇ Z2 ਨੂੰ ਪੇਸ਼ ਕਰਨਾ। ਇਸ ਲਈ ਤੁਹਾਨੂੰ ਯਾਦ ਹੋਵੇਗਾ ਕਿ ਅਸੀਂ ਕਿਹਾ ਹੈ ਕਿ ਇੰਪੀਡੈਂਸ Z ਮੀਡੀਅਮ ਨੂੰ ਦਰਸਾਉਂਦਾ ਹੈ। ਇਸ ਲਈ ਕਿਤੇ ਨਾ ਕਿਤੇ ਇੰਪੀਡੈਂਸ ਨੂੰ ਇਸ ਇਕੁਏਸ਼ਨ ਵਿੱਚ ਦਾਖਲ ਹੋਣਾ ਪਵੇਗਾ। ਇਸ ਲਈ ਅਸਲ ਵਿੱਚ ਸਾਨੂੰ ਕੀ ਕਰਨਾ ਚਾਹੀਦਾ ਹੈ ਕਿ ਸਾਨੂੰ ਵਾਪਸ ਜਾਣਾ ਚਾਹੀਦਾ ਹੈ ਅਤੇ ਉਹ ਇਨਸਰਟ ਕਰਨਾ ਚਾਹੀਦਾ ਹੈ, ਜੋ ਅਸੀਂ ਅਸਲ ਵਿੱਚ ਇਸ ਇਕੁਏਸ਼ਨ ਤੋਂ ਕੈਂਸਲ ਕੀਤਾ ਸੀ। ਇਸ ਲਈ ਮੈਨੂੰ ਇਸ ਇਕੁਏਸ਼ਨ ਨੂੰ ਥੋੜੇ ਵੱਖਰੇ ਢੰਗ ਨਾਲ ਦੁਬਾਰਾ ਲਿਖਣ ਦਿਓ। ਇਸ ਲਈ ਮੈਂ ਸਭ ਜਗ੍ਹਾ T ਨਾਲ ਮਲਟੀਪਲਾਈ ਕਰਨ ਜਾ ਰਿਹਾ ਹਾਂ, ਜਿਸ ਵਿੱਚ ਸਟਰਿੰਗ ਵਿੱਚ ਯੂਨੀਫਾਰਮ ਟੈਂਸ਼ਨ ਹੈ ਅਤੇ ਇਸ K1 ਨੂੰ ਓਮੇਗਾ ਬਾਏ C1 ਅਤੇ K2 ਨੂੰ ਓਮੇਗਾ ਬਾਏ C2 ਦੇ ਨਾਲ ਸਬਸਟੀਟਿਊਟ ਕੀਤਾ ਜਾਵੇਗਾ। ਇਸ ਲਈ 2 ਮੀਡੀਅਮ ਵਿੱਚ 2 ਹੋਰ ਇੰਪੀਡੈਂਸ Z1 Z2। ਹੁਣ, ਮੈਂ ਹਰ ਜਗ੍ਹਾ ਓਮੇਗਾ ਨੂੰ ਕੈਂਸਲ ਕਰ ਸਕਦਾ ਹਾਂ ਅਤੇ ਇਸ ਨੂੰ ਥੋੜੇ ਵੱਖਰੇ ਢੰਗ ਨਾਲ ਦੁਬਾਰਾ ਲਿਖ ਸਕਦਾ ਹਾਂ। ਮੈਂ Z1 ਆਮ ਲੈ ਸਕਦਾ ਹਾਂ ਤਾਂ ਜੋ 1 2 ਮਾਈਨਸ A1 ਬਰਾਬਰ ਮਾਈਨਸ Z2 ਵਿੱਚ B ਹੋਵੇਗਾ। ਇਸ ਲਈ ਹੁਣ ਦੁਬਾਰਾ ਮੈਂ ਸਭ ਜਗ੍ਹਾ A1 ਨਾਲ ਡਿਵਾਈਡ ਕਰਦਾ ਹਾਂ, ਜਿਸ ਕੇਸ ਵਿੱਚ ਇਹ ਇਕੁਏਸ਼ਨ Z1 ਇਨਟੂ 1 ਮਾਈਨਸ A2 ਬਾਏ A1 ਇਨਟੂ Z2 ਇਨਟੂ B ਬਾਏ A1 ਬਣ ਜਾਵੇਗੀ। ਹੁਣ, ਮੇਰੇ ਕੋਲ ਇਹ ਇਕੁਏਸ਼ਨ ਹੈ ਅਤੇ ਦੂਸਰੀ ਸਥਿਤੀ ਤੋਂ ਮੇਰੇ ਕੋਲ ਇਹ ਇਕੁਏਸ਼ਨ ਹੈ। ਇਸ ਬਿੰਦੂ ਤੋਂ ਬਾਅਦ ਮੈਨੂੰ 1 2 ਦੁਆਰਾ 1 ਅਤੇ 1 ਦੁਆਰਾ B ਨੂੰ ਹੱਲ ਕਰਨ ਦੀ ਲੋੜ ਹੈ। ਇਹਨਾਂ ਨਤੀਜਿਆਂ ਦੇ ਨਾਲ ਧਿਆਨ ਦੇਣ ਵਾਲੀ ਇੱਕ ਗੱਲ ਇਹ ਹੈ ਕਿ ਇਹ ਅਨੁਪਾਤ A2 ਬਾਏ A1 ਹੈ ਜੋ ਰਿਫਲੈਕਸ਼ਨ ਕੋਐਫੀਸ਼ੀਐਂਟ ਹੈ, ਅਤੇ ਟਰਾਂਸਮਿਸ਼ਨ ਕੋਐਫੀਸ਼ੀਐਂਟ B ਬਾਏ 1 ਹੈ। ਦੋਵੇਂ ਓਮੇਗਾ ਤੋਂ ਸੁਤੰਤਰ ਹਨ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਹਾਡੀ ਨਾਰਮਲ ਫ੍ਰੀਕੁਐਂਸੀ ਕੀ ਹੈ, ਤੁਹਾਡੀ ਫ੍ਰੀਕੁਐਂਸੀ ਕੀ ਹੈ। ਕੀ ਹੁੰਦਾ ਹੈ ਜੇਕਰ ਦੂਜਾ ਮੀਡੀਅਮ ਇੱਕ ਵਿਸ਼ਾਲ ਰੈਜ਼ਿਸਟੈਂਸ ਆਫਰ ਕਰਦਾ ਹੈ, ਜੋ ਕਿ ਇਹ ਕਹਿਣ ਦੇ ਬਰਾਬਰ ਹੈ ਕਿ ਦੂਜੇ ਮੀਡੀਅਮ ਦਾ ਇੰਪੀਡੈਂਸ ਇਨਫਿਨਿਟੀ ਬਹੁਤ ਵੱਡਾ ਹੈ। ਇਸ ਲਈ ਤੁਹਾਡੀ ਸੋਚ ਤੁਹਾਨੂੰ ਦੱਸਦੀ ਹੈ ਕਿ ਜੇਕਰ ਇਹ ਵੱਡੀ ਇੰਪੀਡੈਂਸ ਆਫਰ ਹੋ ਰਹੀ ਹੈ ਤਾਂ ਵੇਵ ਦੂਜੇ ਮੀਡੀਅਮ ਵਿੱਚ ਲੰਘਣ ਦੇ ਯੋਗ ਨਹੀਂ ਹੋਣੀ ਚਾਹੀਦੀ। ਸਾਨੂੰ ਇਹ ਦੇਖਣ ਦੀ ਲੋੜ ਹੈ ਕਿ ਕੀ ਇਹ ਫਾਰਮੂਲੇ ਤੋਂ ਬਾਹਰ ਆ ਰਿਹਾ ਹੈ। ਇਸ ਲਈ ਇੱਥੇ ਜੇਕਰ ਮੈਂ ਇਸ ਫਾਰਮੂਲੇ ਤੇ ਵਾਪਸ ਜਾਂਦਾ ਹਾਂ, ਜੋ ਕਿ B ਬਾਏ A1 ਹੈ, ਟਰਾਂਸਮਿਸ਼ਨ ਕੋਐਫੀਸ਼ੀਐਂਟ ਜੇਕਰ ਮੈਂ ਨਿਊਮਰੇਟਰ ਅਤੇ ਡਿਨੋਮੀਨੇਟਰ ਨੂੰ Z2 ਨਾਲ ਡਿਵਾਈਡ ਕਰਦਾ ਹਾਂ, ਮੇਰੇ ਕੋਲ B ਬਾਏ A1 ਹੋਵੇਗਾ ਜੋ 2 Z1 ਬਾਏ Z1 ਪਲੱਸ Z2 ਹੋਵੇਗਾ। ਮੈਨੂੰ Z2 ਨਾਲ ਵੰਡਣ ਦਿਓ। ਤਾਂ ਮੇਰੇ ਕੋਲ 2 ਵਿੱਚ Z1 ਨਾਲ Z2 ਭਾਗ Z1 Z2 ਨਾਲ 2 ਪਲੱਸ 1 ਜਾਣਦਾ ਹੈ। ਕੀ ਤੁਸੀਂ ਬਾਉਂਡਰੀ Z ਨੂੰ ਲੈ ਕੇ
ਇਨਫਿਨਿਟੀ ਵੱਲ ਜਾਂਦੇ ਹੋ, ਮੈਂ ਨਿਊਮਰੇਟਰ ਵਿੱਚ a0 ਪ੍ਰਾਪਤ ਕਰਨ ਜਾ ਰਿਹਾ ਹਾਂ ਅਤੇ z1 ਬਾਏ z2 0 ਪਲੱਸ 1 ਹੋਵੇਗਾ। ਇਸ ਲਈ ਮੈਂ 0 ਬਾਏ 1 ਪ੍ਰਾਪਤ ਕਰਨ ਜਾ ਰਿਹਾ ਹਾਂ ਜੋ 0 ਦੇ ਬਰਾਬਰ ਹੈ। ਇਸ ਲਈ ਇਹ ਮੈਨੂੰ ਦੱਸਦਾ ਹੈ ਕਿ ਟਰਾਂਸਮਿਸ਼ਨ ਕੋਫੀਸ਼ੀਐਂਟ 0 z2 ਇਨਫਿਨਿਟੀ ਹੈ। ਇਹ ਸਾਡੇ ਅਨੁਭਵ ਨਾਲ ਬਹੁਤ ਹੱਦ ਤੱਕ ਸਹਿਮਤ ਹੈ ਕਿ ਜੇਕਰ ਦੂਜਾ ਮੀਡੀਅਮ z2 ਗੋਇੰਗ ਟੂ ਇਨਫਿਨਿਟੀ ਤੇ ਇਨਫਾਈਨਾਈਟ ਇੰਪੀਡੈਂਸ ਆਫਰ ਕਰਦਾ ਹੈ ਤਾਂ ਇੱਕ ਟਰਾਂਸਮਿਟਡ ਵੇਵ ਹੋਣੀ ਚਾਹੀਦੀ ਹੈ। ਇਹ ਇੱਕ ਸਧਾਰਨ ਅਭਿਆਸ ਹੈ। ਬਸ ਨਿਊਮਰੇਟਰ ਅਤੇ ਡਿਨੋਮੀਨੇਟਰ ਵਿੱਚ z2 ਦੇ ਨਾਲ ਡਿਵਾਈਡ ਕਰੋ। a2 ਬਾਏ a1 ਤੁਹਾਨੂੰ ਦੇਵੇਗਾ। ਮੰਨ ਲਓ ਕਿ z1 ਮਾਈਨਸ 2 ਬਾਏ z1 ਪਲੱਸ z2 ਹੈ। ਅਤੇ ਜੇਕਰ ਮੈਂ z2 ਨਾਲ ਡਿਵਾਈਡ ਕਰਦਾ ਹਾਂ ਤਾਂ a0 ਮਾਈਨਸ 1 ਡਿਵਾਈਡ 0 ਪਲੱਸ 1 ਹੋਵੇਗਾ ਅਤੇ ਇਹ ਮੈਨੂੰ ਮਾਈਨਸ 1 ਦੇਵੇਗਾ। ਇਸ ਲਈ 1 2 ਮਾਈਨਸ 1 1 ਦੇ ਬਰਾਬਰ ਹੈ। ਇਸ ਲਈ ਇਹ 2 ਰਿਫਲੈਕਟਡ ਐਂਪਲੀਟਿਊਡ ਹੈ ਅਤੇ ਇਹ ਇੱਕ ਇਨਕਮਿੰਗ ਵੇਵ ਦਾ ਐਂਪਲੀਟਿਊਡ ਹੈ। ਇਸ ਲਈ ਇੱਥੇ ਕੁਝ ਵੀ ਟਰਾਂਸਮਿਟ ਨਹੀਂ ਹੁੰਦਾ ਹੈ, ਹਰ ਚੀਜ਼ ਰਿਫਲੈਕਟ ਹੁੰਦੀ ਹੈ ਅਤੇ ਜਦੋਂ ਅਜਿਹੀ ਰਿਫਲੈਕਸ਼ਨ ਹੁੰਦੀ ਹੈ ਤਾਂ ਪਾਈ ਦਾ ਫੇਜ਼ ਚੇਂਜ ਹੁੰਦਾ ਹੈ। ਤਾਂ ਇਹ ਹੈ ਜੋ ਅਸੀਂ ਇੱਥੇ ਇਸ ਪ੍ਰੋਬਲਮ ਵਿੱਚ ਦੇਖਦੇ ਹਾਂ। ਇਸ ਲਈ ਸਾਰੀ ਵੇਵ ਰਿਫਲੈਕਟ ਹੁੰਦੀ ਹੈ, ਕੁਝ ਵੀ ਟਰਾਂਸਮਿਟ ਨਹੀਂ ਹੁੰਦਾ। ਜਦੋਂ z ਇਨਫਿਨਿਟੀ ਵੱਲ ਜਾਂਦਾ ਹੈ, r-1 ਹੈ ਅਤੇ t 0 ਹੈ। ਉਦਾਹਰਨ ਲਈ ਇਹ x ਬਰਾਬਰ 0 ਤੇ ਮੇਰੀ ਬਾਉਂਡਰੀ ਹੈ ਅਤੇ ਮੇਰੇ ਕੋਲ ਇੱਕ ਆਰਬਿਟਰੇਰੀ ਵੇਵ ਪੈਕੇਟ ਹੈ ਜੋ ਇਸ ਤਰ੍ਹਾਂ ਦਿਖਾਈ ਦਿੰਦਾ ਹੈ, ਜੋ ਇਸ ਦਿਸ਼ਾ ਵਿੱਚ ਜਾ ਰਿਹਾ ਹੈ। ਇਹ ਮੇਰੀ ਇਨਸੀਡੈਂਟ ਵੇਵ ਹੈ ਅਤੇ ਜਦੋਂ ਇਹ ਬਾਉਂਡਰੀ ਨਾਲ ਟਕਰਾਉਂਦੀ ਹੈ, ਜੇ ਇਹ ਮੰਨ ਲਿਆ ਜਾਵੇ ਕਿ z2 ਇਨਫਿਨਿਟੀ ਹੈ ਅਤੇ z1 ਇੰਪੀਡੈਂਸ ਦੀ ਕੋਈ ਵੈਲਿਊ ਹੈ ਜੋ ਅਸੀਂ ਦੇਖਾਂਗੇ ਉਹ ਹੈ। ਇਸ ਲਈ ਇਸ ਵੇਵ ਦਾ ਕੁਝ ਹਿੱਸਾ ਪਹਿਲਾਂ ਹੀ ਰਿਫਲੈਕਟ ਹੋ ਚੁੱਕਾ ਹੈ ਅਤੇ ਇਹ ਮਾਈਨਸ ਦੇ ਸਾਈਨ ਨਾਲ ਆਉਂਦਾ ਹੈ ਅਤੇ ਬਾਉਂਡਰੀ ਨਾਲ ਇੰਟਰੈਕਟ ਕਰਨ ਤੋਂ ਬਾਅਦ ਇਹ ਵੇਵ ਕੁਝ ਇਸ ਤਰ੍ਹਾਂ ਦਿਖਾਈ ਦੇਵੇਗੀ ਅਤੇ ਇਹ ਇਸ ਦਿਸ਼ਾ ਵਿੱਚ ਟਰੈਵਲ ਕਰ ਰਹੀ ਹੋਵੇਗੀ। ਇਸ ਲਈ ਜੋ ਮੈਂ ਇੱਥੇ ਬਣਾਇਆ ਹੈ ਉਹ ਹੈ ਜੋ ਹੁੰਦਾ ਹੈ ਜਦੋਂ ਇਹ ਬਾਉਂਡਰੀ ਨਾਲ ਇੰਟਰੈਕਟ ਕਰਦਾ ਹੈ ਅਤੇ ਇਹ ਸਭ ਵਾਪਰਨ ਦੇ ਲੰਬੇ ਸਮੇਂ ਬਾਅਦ ਹੁੰਦਾ ਹੈ। ਤੁਸੀਂ ਵੇਖੋਗੇ ਕਿ ਇੱਥੇ ਸਿਰਫ ਇੱਕ ਬਾਹਰ ਜਾਣ ਵਾਲੀ ਵੇਵ ਹੈ ਜੋ ਕਿ ਆਉਣ ਵਾਲੀ ਵੇਵ ਵਰਗੀ ਹੈ, ਪਰ ਐਂਪਲੀਟਿਊਡ ਦਾ ਸਾਈਨ ਬਦਲ ਗਿਆ ਹੈ। ਇਸ ਲਈ ਅਜਿਹਾ ਹੁੰਦਾ ਹੈ ਜੇਕਰ z2 ਇਨਫਿਨਿਟੀ ਹੈ। ਜੇਕਰ z2 ਇਨਫਿਨਿਟੀ ਨਾ ਹੁੰਦਾ ਤਾਂ ਇਸ ਵੇਵ ਤੋਂ ਇਲਾਵਾ ਦੂਜੇ ਰੀਜਨ ਵਿੱਚ ਚਲੇ ਜਾਂਦੇ। ਦੂਜੇ ਸ਼ਬਦਾਂ ਵਿੱਚ ਚਿੱਤਰ ਕੁਝ ਇਸ ਤਰ੍ਹਾਂ ਬਣਾਇਆ ਜਾਂਦਾ। ਇਹ ਮੇਰੀ ਇਨਕਮਿੰਗ ਵੇਵ ਹੈ ਅਤੇ ਹੋ ਸਕਦਾ ਹੈ ਕਿ ਜਦੋਂ ਇਹ ਬਾਉਂਡਰੀ ਨਾਲ ਇੰਟਰੈਕਟ ਕਰੇ ਤਾਂ ਉੱਥੇ ਇੱਕ ਭਾਗ ਹੈ ਜੋ ਇੱਕ ਵੱਖਰੇ ਐਂਪਲੀਟਿਊਡ ਨਾਲ ਪਾਰ ਹੋ ਗਿਆ ਹੈ ਅਤੇ ਇੱਕ ਭਾਗ ਜੋ ਇਸ ਤਰ੍ਹਾਂ ਬਣ ਗਿਆ ਹੈ। ਇਸ ਲਈ ਇੱਥੇ ਸਮਾਲ ਐਂਪਲੀਟਿਊਡ ਵੇਵ ਹੋਵੇਗੀ ਅਤੇ ਇੱਥੇ ਇੱਕ ਹੋਰ ਮਸਾਲ ਐਂਪਲੀਟਿਊਡ ਵੇਵ ਹੋਵੇਗੀ। ਇਸ ਬਾਉਂਡਰੀ ਨਾਲ ਇੰਟਰੈਕਟ ਕਰਨ ਤੋਂ ਕਾਫੀ ਸਮੇਂ ਬਾਅਦ ਇੱਥੇ ਇੱਕ ਹਿੱਸਾ ਹੈ ਜੋ ਇਸ ਦਿਸ਼ਾ ਵਿੱਚ ਅੱਗੇ ਵਧਦਾ ਹੈ ਜੋ ਫਿਰ ਸੰਭਵ ਤੌਰ ਤੇ ਸਮਾਲ ਐਂਪਲੀਟਿਊਡ ਨਾਲ ਟਰਾਂਸਮਿਟਡ ਵੇਵ ਹੁੰਦਾ ਹੈ ਅਤੇ ਇੱਕ ਹੋਰ ਜੋ ਰਿਫਲੈਕਟ ਹੁੰਦਾ ਹੈ ਜੋ ਇਸ ਦਿਸ਼ਾ ਵਿੱਚ ਵਧ ਰਿਹਾ ਹੈ ਸੰਭਵ ਤੌਰ ਤੇ ਇਨਸੀਡੈਂਟ ਨਾਲੋਂ ਛੋਟਾ ਹੈ।